ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਤੁਹਾਡਾ। ਮੇਰਾ ਨਾਮ ਰਾਜਪ੍ਰੀਤ ਅਤੇ ਤੁਸੀਂ ਦੇਖ ਰਹੇ ਹੋ ਆਇਲਸ ਰਾਜਪ੍ਰੀਤ। ਜਿਵੇਂ ਕਿ ਟਾਈਟਲ ਪੜ੍ਹ ਕੇ ਅਤੇ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵਾ ਵੀ ਅੱਜ ਆਪਾਂ ਕਰਦੇ ਹਾਂ ਟਾਸਕ 2 'ਤੇ ਡਿਸਕਸ। ਇੱਕ ਵੀਡੀਓ ਮੈਂ ਪਹਿਲਾਂ ਪਾਈ ਸੀ ਅਤੇ ਆਪਣੀ ਹੈਗੀ ਟਾਸਕ 2 ਦੀ ਸੈਕਿੰਡ ਵੀਡੀਓ, ਅਤੇ ਇਹਦੇ 'ਚ ਆਪਾਂ ਡਿਸਕਸ ਕਰਾਂਗੇ। ਅੱਜ ਮੈਂ ਟੋਪਿਕ ਚੂਜ਼ ਕੀਤਾ ਵਾ ਕਲਾਈਮੇਟ ਚੇਂਜ ਦਾ। ਅਤੇ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਸਟੂਡੈਂਟਸ ਨੂੰ ਦੱਸ ਦਈਏ ਵੀ ਜਿਹਨੂੰ ਕਲਾਈਮੇਟ ਚੇਂਜ ਹੁੰਦਾ ਵੀ ਜਿਵੇਂ ਬਦਲਾਅ ਆਉਣਾ, ਮੌਸਮ ਵਿੱਚ ਬਦਲਾਅ ਆਉਣਾ, ਹੈ ਨਾ। ਅਤੇ ਜਿਹੜੇ ਸਟੂਡੈਂਟ ਨਹੀਂ ਪਤਾ, ਜਿਹਨਾਂ ਨੂੰ ਨਹੀਂ ਪਤਾ, ਆਪਾਂ ਨੂੰ ਦੱਸ ਦਿੰਦੇ ਕਲਾਈਮੇਟ ਚੇਂਜ ਹੁੰਦਾ ਵਾ ਵੀ ਇੱਕ ਹੁੰਦੀ ਜਿਵੇਂ ਗਲੋਬਲ ਵਾਰਮਿੰਗ, ਵੀ ਜਿਵੇਂ ਹੌਲੀ ਹੌਲੀ ਟੈਂਪਰੇਚਰ ਵੱਧ ਰਿਹਾ ਵਾ। ਉਹ ਟੈਂਪਰੇਚਰ ਵਧਣ ਨਾਲ ਕੀ ਹੋ ਰਿਹਾ, ਗਲੇਸ਼ੀਅਰ ਵਗੈਰਾ ਖੁਰ ਰਹੇ ਨੇ। ਉੱਧਰ ਨਾਲ ਇੱਕ ਜਿਹੜੀ ਮੇਨ ਚੇਂਜ ਆਉਂਦੀ ਨਾ, ਚੇਂਜ ਕੀ ਆਉਂਦੀ ਆ, ਕਲਾਈਮੇਟ ਚੇਂਜ ਆਉਂਦੀ ਆ ਵੀ ਜਿਹੜੇ ਮੌਸਮ ਆ ਉਹਨਾਂ ਵਿੱਚ ਬਦਲਾਅ ਆ ਰਿਹਾ। ਵੀ ਕਈ ਵਾਰੀ ਹੁਣ ਗਰਮੀਆਂ ਵਾ ਉਹ ਲੰਬੀਆਂ ਹੋ ਰਹੀਆਂ ਵਾ, ਸਿਆਲ ਛੋਟੇ ਹੋ ਰਹੇ ਨੇ, ਜਾਂ ਕਈ ਵਾਰੀ ਠੰਡ ਜ਼ਿਆਦਾ ਪੈ ਰਹੀ ਆ ਕੰਪੈਰੇਟਿਵਲੀ, ਹੈ ਨਾ, ਕਿਤੇ ਹੋਰ ਏਰੀਆ ਵਿੱਚ ਜਿੱਥੇ ਨਹੀਂ ਪੈਂਦੀ ਸੀ ਪਹਿਲਾਂ। ਵੀ ਥੋੜ੍ਹੀਆਂ ਬਹੁਤੀਆਂ ਮੌਸਮ ਵਿੱਚ ਚੇਂਜਸ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਕਲਾਈਮੇਟ ਚੇਂਜ ਕਹਿੰਦੇ ਨੇ। ਅਤੇ ਉਹਦੇ ਰਿਲੇਟਡ ਟਾਸਕ ਆ, ਅਤੇ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਟਾਸਕ ਨੂੰ ਸ਼ੁਰੂ ਕਰਦੇ ਹਾਂ। ਤੁਸੀਂ ਇਹਨੂੰ ਧਿਆਨ ਨਾਲ ਸਮਝਣਾ ਵਾ। ਜਿੱਥੇ ਨਾ ਪਤਾ ਲੱਗਿਆ ਤਾਂ ਮੈਨੂੰ ਲਾਸਟ 'ਤੇ ਕਮੈਂਟ ਕਰਕੇ ਜ਼ਰੂਰ ਪੁੱਛ ਲਓ, ਜਾਂ ਮੇਰਾ ਡਿਸਕ੍ਰਿਪਸ਼ਨ ਵਿੱਚ ਨੰਬਰ ਹੁੰਦਾ ਵਾ, ਅਤੇ ਮੈਨੂੰ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ। ਅਤੇ ਜਿੱਥੇ ਵੀ ਤੁਸੀਂ ਇਹਨੂੰ ਧਿਆਨ ਨਾਲ ਸਮਝੋ, ਮੈਂ ਸਟਰਕਚਰ ਲਾ ਕੇ, ਪੰਚੁਏਸ਼ਨ ਲਾ ਕੇ, ਇੱਕ ਵਧੀਆ ਅਤੇ ਅਲੱਗ ਅਲੱਗ ਤਰ੍ਹਾਂ ਦੇ ਵਰਡਸ 'ਤੇ ਇੱਕ ਵਧੀਆ ਆਈਡੀਆ ਲੈ ਕੇ ਟਾਸਕ ਲਿਖਿਆ ਵਾ। ਵਧੀਆ ਤੁਸੀਂ ਕਹਿ ਸਕਦੇ ਹੋ ਵੀ ਇਹ 7 ਬੈਂਡ ਤੱਕ ਦਾ ਹੈਗਾ ਟਾਸਕ, ਜਿਹੜਾ ਤੁਹਾਡੀ ਵਧੀਆ ਹੈਲਪ ਕਰੂਗਾ। ਦੇਖਿਓ ਪਹਿਲਾਂ ਆਪਾਂ ਕਰਦੇ ਹਾਂ। Some people think that instead of preventing climate change, we need to find a way to live with it. To what extent do you agree or disagree? ਉਹ ਸਟੇਟਮੈਂਟ ਸਮਝ ਕੇ ਆਪਾਂ ਸਟੇਟਮੈਂਟ ਸਮਝੀ। ਸਭ ਤੋਂ ਪਹਿਲਾਂ ਤਾਂ ਕੀ ਹੈ ਵੀ ਕੁਝ ਲੋਕ ਕਹਿੰਦੇ ਨੇ ਵੀ ਸਮ ਪੀਪਲ ਥਿੰਕ ਡੈਟ ਇੰਸਟੈਡ ਆਫ ਪ੍ਰੀਵੈਂਟਿੰਗ ਕਲਾਈਮੇਟ ਚੇਂਜ, ਵੀ ਉਹਨੂੰ ਪ੍ਰੀਵੈਂਟ ਹੁੰਦਾ ਬਚਾਉਣਾ, ਠੀਕ ਹੈ ਨਾ, ਜਾਂ ਰੋਕਣਾ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿਸੇ ਚੀਜ਼ ਨੂੰ ਖਤਮ ਹੋਣ ਤੋਂ ਰੋਕਣਾ। ਜਿਹੜੀ ਕਲਾਈਮੇਟ ਚੇਂਜ ਆ ਉਹਨੂੰ ਬਚਾਉਣ ਦੀ ਬਜਾਏ, ਰੋਕਣ ਦੀ ਬਜਾਏ, ਵੀ ਨੀਡ ਟੂ ਫਾਈਂਡ ਏ ਵੇ ਟੂ ਲਿਵ ਵਿਦ ਇਟ, ਠੀਕ ਹੈ ਨਾ। ਸਾਨੂੰ ਇੱਕ ਵੀ ਨੀਡ ਟੂ ਫਾਈਂਡ ਏ ਵੇ, ਵੀ ਆਪਾਂ ਨੂੰ ਇੱਕ ਇੱਦਾਂ ਤਰੀਕਾ ਲੱਭਣਾ ਚਾਹੀਦਾ ਵੀ ਆਪਾਂ ਉਹਦੇ ਨਾਲ ਹੀ ਰਹਿ ਸਕੀਏ। ਵੀ ਜਿਵੇਂ ਉਹ ਕਹਿੰਦੇ ਨੇ ਵੀ ਹੁਣ ਆਪਾਂ ਵੀ ਉਹ 'ਚ ਕੁਝ ਕਰ ਨਹੀਂ ਸਕਦੇ, ਕਿ ਆਪਾਂ ਵੀ ਜਿਵੇਂ ਹੁਣ ਮੌਸਮ ਬਦਲ ਰਹੇ ਨੇ, ਸੋ ਆਪਾਂ ਨੂੰ ਉੱਦਾਂ ਤਰੀਕੇ ਲੱਭਣੇ ਚਾਹੀਦੇ ਨੇ ਵੀ ਆਪਾਂ ਉਹਦੇ ਨਾਲ ਨਾਲ ਰਹਿੰਦੇ। ਵੀ ਜੇ ਗਰਮੀ ਜ਼ਿਆਦਾ ਪੈ ਰਹੀ ਆ ਤਾਂ ਆਪਾਂ ਗਰਮੀ ਨੂੰ ਅਡੋਪਟ ਕਰ ਲਈਏ, ਠੀਕ ਹੈ ਨਾ। ਵੀ ਗਰਮੀ ਨਾਲ ਉੱਦਾਂ ਦੇ ਢਲ ਜਾਈਏ ਆਪਾਂ ਵੀ ਗਰਮੀ ਨੂੰ ਮਹਿਸੂਸ ਨਾ ਕਰੀਏ, ਜਿੱਦਾਂ ਕਹਿ ਸਕਦੇ ਵੀ ਉਹਨੂੰ ਬਦਲਣ ਦੀ ਬਜਾਏ, ਠੀਕ ਹੈ ਨਾ। ਜੇ ਹੁਣ ਕਿਤੇ ਧੂੰਆਂ ਹੋ ਗਿਆ ਤਾਂ ਉਹ ਕਹਿੰਦੇ ਵੀ ਧੂੰਏ ਨਾਲ ਹੀ ਰਹੀ ਚੱਲੋ, ਉਹਨੂੰ ਬਦਲੋ ਨਾ, ਉਹ ਗੱਲ ਇਹ ਕਹਿ ਰਹੇ ਨੇ। ਅਤੇ ਇਹ ਟੂ ਵਟ ਐਕਸਟੈਂਟ ਡਿਸਐਗਰੀ ਆ, ਐਗਰੀ ਜਾਂ ਡਿਸਐਗਰੀ। ਆਪਾਂ ਇਹਨਾਂ 70-30 ਹੋਵਾਂਗੇ। 30% ਲਿਖਾਂਗੇ ਵੀ ਆਪਾਂ ਕੀ ਕਹਿ ਸਕਦੇ ਹਾਂ ਵੀ 30% ਲਿਖਾਂਗੇ ਆਪਾਂ ਵੀ ਹਾਂ ਓਕੇ, ਵੀ ਕੋਈ ਨਾ, ਆਪਾਂ ਨੂੰ ਵੀ ਉੱਦਾਂ ਦੇ ਵੇਜ਼ ਅਡੋਪਟ ਕਰਨ ਦੀ ਲੋੜ ਆ, ਵੀ ਆਪਾਂ ਨਾਲ ਰਹੀਏ, ਠੀਕ ਹੈ ਨਾ। ਕਿਉਂਕਿ ਇਹ ਚੀਜ਼ ਪੋਸੀਬਲ ਨਹੀਂ ਗੀ, ਕਿਉਂਕਿ ਇਹਨੂੰ ਆਪਾਂ ਜੇ ਇੱਕ ਇੰਡੀਵਿਜੂਅਲ ਲੈਵਲ 'ਤੇ ਦੇਖੀਏ ਤਾਂ ਇਹ ਚੀਜ਼ ਪੋਸੀਬਲ ਨਹੀਂ, ਕਿਉਂਕਿ ਬਹੁਤ ਵੱਡੇ ਲੈਵਲ 'ਤੇ ਹੋ ਰਹੀ ਆ। ਅਤੇ ਸੈਕਿੰਡ ਵੀ ਆਪਾਂ ਨਹੀਂ, ਫਿਰ ਵੀ ਆਪਾਂ ਕੁਝ ਐਫਰਟਸ ਜ਼ਰੂਰ ਕਰਾਂਗੇ ਵੀ ਇਹ ਚੀਜ਼ ਨੂੰ ਆਪਾਂ ਰੋਕ ਸਕੀਏ। ਸੋ ਆਪਾਂ ਉਹਦੇ ਬਾਰੇ ਲਿਖਿਆ ਵਾ। ਸਭ ਤੋਂ ਪਹਿਲਾਂ ਇੰਟਰੋ ਦੇ ਆਪਾਂ ਡਿਸਕਸ ਕਰਦੇ ਹਾਂ। ਇਹ ਕੀ ਲਿਖਿਆ ਵਾ, ਐਵਰ ਸਿੰਸ, ਤੁਸੀਂ ਕੰਪੇਅਰ ਕਰਕੇ ਦੇਖੋ ਵੀ ਇੰਟਰੋ ਰੀਫਰੇਜ਼ਿੰਗ ਦਾ। Ever since changes in climate have been taking place, people have been concerning whether they need to opt with or make efforts to curb. ਹੁਣ ਤੁਹਾਨੂੰ ਮੈਂ ਇੰਟਰੋ ਸਮਝਾਉਣਾ ਵਾ। ਮੈਂ ਇਹ 'ਚ ਸਟਰਕਚਰ ਯੂਜ਼ ਕੀਤਾ ਐਵਰ ਸਿੰਸ ਅਤੇ ਵੈਦਰ ਵਾਲਾ। ਐਵਰ ਸਿੰਸ ਹੁੰਦਾ ਵਾ ਜਦੋਂ ਤੋਂ, ਠੀਕ ਹੈ ਨਾ। ਬਹੁਤਿਆਂ ਨੂੰ ਪਤਾ ਹੋਊਗਾ, ਜਿਹਨੂੰ ਨਹੀਂ ਪਤਾ ਹੁੰਦਾ ਵੀ ਜਦੋਂ ਤੋਂ, ਉਦੋਂ ਬਾਅਦ ਐਵਰ ਸਿੰਸ ਲਾ ਕੇ ਜਿਹੜਾ ਆਪਾਂ ਲਾਈਨ ਲਿਖਣੀ ਆ, ਉਦੋਂ ਬਾਅਦ ਆਪਾਂ ਕੋਮਾ ਲਾਉਣਾ ਵਾ। ਤੁਹਾਨੂੰ ਮੈਂ ਸਮਝਾਉਣਾ ਇਹਦੇ 'ਚ ਕੀ ਚੀਜ਼ ਆ। ਜਿਹੜਾ ਪਹਿਲਾ ਸਟਰਕਚਰ ਲਾਉਣਾ ਆਪਾਂ ਐਵਰ ਸਿੰਸ ਦੇ ਨਾਲ, ਇਹ ਹੋਣਾ ਚਾਹੀਦਾ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਦਾ, ਕਿਉਂਕਿ ਇਹ ਸੈਂਟੈਂਸ ਬਣਦਾ ਸਿੰਸ ਫੋਰ ਵਾਲਾ, ਠੀਕ ਹੈ ਨਾ। ਜਿਸ 'ਚ ਹੈਵ ਬੀਨ ਨਾਲ ਵਰਡ ਦੀ ਫਸਟ ਫੋਰਮ ਲਾ ਦਈਏ ਵੀ ਐਵਰ ਸਿੰਸ ਚੇਂਜਸ ਇਨ ਕਲਾਈਮੇਟ ਹੈਵ ਬੀਨ ਟੇਕਿੰਗ ਪਲੇਸ, ਵੀ ਜਦੋਂ ਤੋਂ ਕਲਾਈਮੇਟ ਦੇ ਵਿੱਚ ਚੇਂਜਸ ਪਲੇਸ ਲੈ ਰਹੀਆਂ ਵਾ, ਵੀ ਉਹ ਚੇਂਜਸ ਆ ਰਹੀਆਂ ਵਾ, ਵਾਪਰ ਰਹੀਆਂ ਨੇ, ਅਕਰ ਹੋ ਰਹੀਆਂ ਨੇ। ਇਹਨੂੰ ਧਿਆਨ ਰੱਖਣਾ ਵੀ ਇਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੀ ਬਣਾਉਣਾ ਵਾ, ਠੀਕ ਹੈ ਨਾ, ਕਿਉਂਕਿ ਸਿੰਸ ਲੱਗਾ ਕਰਕੇ ਐਵਰ ਸਿੰਸ ਤੋਂ, ਵੀ ਜਦੋਂ ਤੋਂ ਕਲਾਈਮੇਟ ਦੇ ਵਿੱਚ ਚੇਂਜਸ ਆ ਰਹੀਆਂ ਨੇ, ਟੇਕ ਪਲੇਸ ਲੈ ਰਹੀਆਂ ਨੇ, ਉਦੋਂ ਤੋਂ ਕੋਮਾ ਲਾਇਆ ਨਾ, ਉਦੋਂ ਤੋਂ ਪੀਪਲ ਹੈਵ ਬੀਨ ਕੰਸਰਨਿੰਗ, ਠੀਕ ਹੈ ਜੀ। ਉਦੋਂ ਤੋਂ ਪੀਪਲ ਹੈਵ ਬੀਨ ਕੰਸਰਨਿੰਗ, ਲੋਕ ਕੰਸਰਨ ਕਰ ਰਹੇ ਨੇ। ਕੰਸਰਨ ਮੀਨਸ ਵੀ ਕੋਈ ਗੱਲਬਾਤ ਕਰ ਰਹੇ ਨੇ, ਠੀਕ ਹੈ ਨਾ, ਵੀ ਉਹਨਾਂ ਕੋਲ ਇਸ਼ੂ ਨੇ। ਵੈਦਰ ਕੀ ਦੇ ਨੀਡ ਟੂ ਆਪਟ ਵਿਦ, ਵੀ ਆਪਟ ਹੁੰਦਾ ਢਲਣਾ, ਵੀ ਸਰਕਮਟਾਂਸਿਸ ਦੇ ਅਕੋਰਡਿੰਗ ਢਲਣਾ, ਵੀ ਉਹ ਸਿਚੁਏਸ਼ਨ ਦੇ ਅਕੋਰਡਿੰਗ ਉਹਨੂੰ ਉਹਦੇ ਵਰਗਾ ਹੋ ਜਾਣਾ, ਠੀਕ ਹੈ। ਦੇ ਨੀਡ ਟੂ ਆਪਟ, APT ਹੁੰਦਾ ਬਈ ਉਹਦੇ ਅਕੋਰਡਿੰਗ ਢਲਣਾ, ਵਿਦ ਦੇ ਨਾਲ ਢਲਣਾ, ਔਰ ਮੇਕ ਐਫਰਟਸ ਟੂ ਕਰਬ, ਵੀ ਕੁਛ ਐਫਰਟਸ ਕਰਨੇ, ਕਰਬ ਹੁੰਦਾ ਉਹਨੂੰ ਸੁਧਾਰ ਕਰਨਾ, ਉਹਨੂੰ ਸੋਲਵ ਕਰਨਾ, ਠੀਕ ਹੈ ਨਾ। ਹੁਣ ਕੀ ਲਿਖਿਆ ਆਪਾਂ ਵੀ ਜਦੋਂ ਤੋਂ ਕਲਾਈਮੇਟ ਦੇ ਵਿੱਚ ਚੇਂਜਸ ਆ ਰਹੀਆਂ ਵਾ। ਹੁਣ ਜਿਹੜਾ ਇਹ ਐਵਰ ਸਿੰਸ ਲਾਉਣਾ ਵਾ, ਇਹ ਲਾਉਣਾ ਆਪਾਂ ਉਹਦਾ ਥੀਮ ਕੱਢ ਕੇ। ਹੁਣ ਐਸੇ ਦਾ ਥੀਮ ਕੀ ਸੀਗਾ ਵੀ ਚੇਂਜਸ ਆ ਰਹੀਆਂ ਕਲਾਈਮੇਟ ਦੇ ਵਿੱਚ, ਤਾਂ ਆਪਾਂ ਉਹਦੇ ਰਿਲੇਟਡ ਆਪਾਂ ਨੂੰ ਲਿਖਤਾ।
ਠੀਕ ਹੈ। ਜਦੋਂ ਤੋਂ ਕਲਾਈਮੇਟ ਦੇ ਵਿੱਚ ਚੇਂਜਸ ਆ ਰਹੀਆਂ ਵਾ ਪਲੇਸਿਸ, ਉਦੋਂ ਤੋਂ ਕੀ ਆ ਵੀ ਲੋਕ ਕੰਸਰਨ ਕਰ ਰਹੇ ਨੇ ਵੈਦਰ ਉਹ ਦੇ ਨੀਡ ਟੂ ਆਪਟ ਵਿਦ, ਉਹਨਾਂ ਨੂੰ ਟਲਣ ਦੀ ਲੋੜ ਆ, ਜਾਂ ਫਿਰ ਮੇਕ ਐਫਰਟਸ ਟੂ ਕਰਬ, ਵੀ ਜਾਂ ਉਹਨਾਂ ਨੂੰ ਕੁਝ ਐਫਰਟਸ ਕਰਨ ਦੀ ਲੋੜ ਆ ਵੀ ਉਹਨੂੰ ਕਿਵੇਂ ਸੋਲਵ ਆਊਟ ਕਰਨਾ ਵਾ। ਇਹ ਸਟਰਕਚਰ ਨੇ, ਮੈਂ ਸਟਰਕਚਰ 'ਤੇ ਇੱਕ ਸੈਪਰੇਟ ਵੀਡੀਓ ਬਣਾਊਂਗਾ ਜਲਦੀ, ਅਤੇ ਜੇ ਤੁਹਾਨੂੰ ਨਾਮ ਹੀ ਸਮਝ ਲੱਗਿਆ ਤਾਂ ਤੁਸੀਂ ਉਹ 'ਚ ਸਮਝ ਲਿਓ, ਜਾਂ ਮੈਨੂੰ ਤੁਸੀਂ ਕੰਟੈਕਟ ਕਰਕੇ ਪੁੱਛ ਲਿਓ। ਆਲਦੋ ਹਿਊਮਨਸ, ਆਪਾਂ ਥੀਸਿਸ ਲਿਖਾਂਗੇ, ਥੀਸਿਸ ਨੂੰ ਆਪਾਂ ਆਲਦੋ ਨਾਲ ਲਿਖਾਂਗੇ, ਸੋ ਬੈਟਰ ਆ ਵੀ ਆਪਾਂ ਆਪਣੇ ਆਈਡੀਆਸ ਆਪਾਂ ਨੂੰ ਪਹਿਲਾਂ ਹੀ ਹਾਈਲਾਈਟ ਕਰ ਜਾਈਏ। ਕੀ ਆਈਡੀਆਸ ਆਪਣੇ? ਆਲਦੋ ਹਿਊਮਨਸ ਹੈਵ ਆਲਰੇਡੀ ਰੀਚਡ ਐਟ ਦੀ ਵਰਜ ਆਫ ਡਿਸਟਰਕਸ਼ਨ, ਵੀ ਆਲਦੋ ਜਿਹੜੇ ਕਿ ਹਿਊਮਨ ਨੇ ਆਲਰੇਡੀ ਪਹੁੰਚ ਚੁੱਕੇ ਨੇ, ਵਰਜ ਹੁੰਦਾ ਕਿਨਾਰਾ, ਠੀਕ ਹੈ ਨਾ, ਵਰਜ ਆਫ ਡਿਸਟਰਕਸ਼ਨ ਹੁੰਦਾ ਤਬਾਹੀ, ਯੈਟ ਫਿਰ ਵੀ ਇਨ ਮਾਈ ਕੰਸੈਪਸ਼ਨ, ਮੇਰੀ ਨਜ਼ਰੀਏ ਦੇ ਵਿੱਚ ਆਪਾਂ ਓਪੀਨੀਅਨ ਦਿੱਤਾ ਆਪਦਾ, ਦੇ ਮਸਟ ਨਾਟ ਲੈਟ, ਵੀ ਉਹਨਾਂ ਨੂੰ ਨਹੀਂ ਕਰਨ ਦੇਣਾ ਚਾਹੀਦਾ। ਕੀ ਨਹੀਂ ਕਰਨ ਦੇਣਾ ਚਾਹੀਦਾ? ਦੇ ਮਸਟ ਨਾਟ ਲੈਟ, ਵੀ ਨਹੀਂ ਕਰਨ ਦੇਣਾ ਚਾਹੀਦਾ ਕਿ ਦਿਸ ਹੈਪਨ ਮੋਰ, ਦੇ ਮਸਟ ਨਾਟ ਲੈਟ ਦਿਸ ਹੈਪਨ ਮੋਰ, ਵੀ ਇਹਨੂੰ ਜਿਹੜਾ ਇਹ ਚੀਜ਼ ਦਿਸ ਆਪਾਂ ਕਹਿੰਦੇ ਜਿਹੜੀ ਇਹ ਸਿਚੁਏਸ਼ਨ ਆ ਵੀ ਇਹਨੂੰ ਹੋਰ ਹੈਪਨ ਨਹੀਂ ਹੋਣ ਦੇਣਾ ਚਾਹੀਦਾ, ਠੀਕ ਹੈ ਨਾ। ਇਹ ਆਪਣੀ ਥੀਸਿਸ ਹੋ ਗਈ। ਆਪਾਂ ਲਿਖੀ ਇੰਟਰੋ, ਵੀ ਜਦੋਂ ਤੋਂ ਉਹ ਚੀਜ਼ਾਂ ਹੋ ਰਹੀਆਂ ਵਾ ਉਦੋਂ ਤੋਂ ਲੋਕ ਕੰਸਰਨ ਕਰ ਰਹੇ ਵੀ ਕਿ ਉਹਨੂੰ ਢਾਲਣ ਦੀ ਲੋੜ ਆ ਕਿ ਐਫਰਟਸ ਕਰਨ ਦੀ ਲੋੜ ਆ। ਆਪਾਂ ਲਿਖਾਂਗੇ ਆਲਦੋ, ਭਾਵੇਂ ਕਿ ਉਹ ਪਹੁੰਚ ਗਏ ਨੇ, ਠੀਕ ਹੈ ਨਾ, ਉਹਦੀ ਵਰਜ ਆਫ ਐਕਸਟਿੰਕਸ਼ਨ 'ਤੇ, ਵਰਜ ਆਫ ਡਿਸਟਰਕਸ਼ਨ 'ਤੇ, ਵੀ ਤਬਾਹੀ ਦੀ ਕੰਗਾਰ 'ਤੇ, ਬਟ ਫਿਰ ਵੀ ਮੇਰੀ ਕੰਸੈਪਸ਼ਨ ਦੇ ਵਿੱਚ ਵੀ ਉਹਨਾਂ ਨੂੰ ਹਜੇ ਵੀ ਇਹ ਚੀਜ਼ ਨੂੰ ਹੋਰ ਨਹੀਂ ਹੋਣ ਦੇਣਾ ਚਾਹੀਦਾ, ਇਸ ਕਰਕੇ ਵੀ ਰੋਕਣਾ ਚਾਹੀਦਾ ਵਾ, ਠੀਕ ਹੈ ਨਾ। ਇਹ ਤੁਹਾਨੂੰ ਹੁਣ ਆਪਣਾ ਐਸੇ ਦੀ ਥੀਸਿਸ ਸੀਗੀ। ਓਕੇ, ਆਪਾਂ ਹੁਣ BP1 'ਤੇ ਆ। ਓਕੇ, ਇਹ ਹੋ ਗਿਆ ਆਪਣਾ BP1। ਓਕੇ, ਟੂ ਕਮੈਂਸ ਵਿਦ rather to take action against such terrifying circumstances, people need to focus on bringing ways which may make life go with it simultaneously। ਓਕੇ, ਹੁਣ ਮੈਂ ਤੁਹਾਨੂੰ ਇਹਦੀ ਟ੍ਰਾਂਸਲੇਟ ਕਰਦਾ ਵਾਂ, ਸਮਝਾਉਂਦਾ ਵਾਂ ਵੀ ਰੈਦਰ ਹੁੰਦਾ, ਰੈਦਰ ਦੈਨ ਕਹਿੰਦੇ ਨਾ ਆਪਾਂ, ਰਾਦਰ ਦੈਨ ਡੂਇੰਗ ਦਿਸ, ਹੈ ਨਾ, ਵੀ ਇਹ ਕਰਨ ਦੀ ਬਜਾਏ, ਇਹਦਾ ਹੁੰਦਾ ਦੀ ਬਜਾਏ, ਵੀ ਆਹ ਕੰਮ ਕਰਨ ਦੀ ਬਜਾਏ, ਜਿਵੇਂ ਮੋਗੇ ਜਾਣ ਦੀ ਬਜਾਏ ਮੈਂ ਜਗਰਾਵਾਂ ਜਾਵਾਂਗਾ ਜਿਵੇਂ, ਠੀਕ ਹੈ ਨਾ, ਦੀ ਬਜਾਏ। ਹੁਣ ਉੱਥੇ ਆਪਾਂ ਰੈਦਰ ਦੈਨ ਲਾਉਂਦੇ ਹਾਂ, ਉਹ ਤੋਂ ਬਾਅਦ ਨਾਲ ਆਈ ਜਾਂਦੀ ਰੈਦਰ ਦੈਨ ਟੇਕਿੰਗ ਆਉਣਾ ਸੀ, ਉਹ ਵੀ ਸਹੀ ਆਪਾਂ ਲਾਇਆ ਰੈਦਰ ਟੂ ਟੇਕ, ਠੀਕ ਹੈ, ਨਾਲ ਵਰਦੀ ਫਸਟ ਫਾਰਮ, ਵੀ ਐਕਸ਼ਨ ਲੈਣ ਦੀ ਬਜਾਏ ਰੈਦਰ ਟੂ ਟੇਕ ਐਕਸ਼ਨ ਅਗੇਂਸਟ, ਵੀ ਇਹਨਾਂ ਦੇ ਵਿਰੁੱਧ ਜਿਹੜੇ ਸੱਚ ਭਿਆਨਕ ਸਰਕਮਟਾਂਸ, ਜਿਹੜੇ ਹਾਲਾਤ ਨੇ ਦੁਨੀਆ ਦੇ ਜੋ ਵੀ ਆ। ਪੀਪਲ ਨੀਡ ਟੂ ਫੋਕਸ, ਲੋਕਾਂ ਨੂੰ ਫੋਕਸ ਕਰਨ ਦੀ ਲੋੜ ਆ ਕਾਹਦੇ 'ਤੇ? ਔਨ ਬ੍ਰਿੰਗਿੰਗ ਵੇਸ, ਉੱਦਾਂ ਦੇ ਵੇ ਵਿਚ ਮੇ ਮੇਕ ਲਾਈਫ ਗੋ ਵਿਦ ਇਟ ਸਾਈਮਲਟੇਨੀਅਸ, ਜਿਹੜੇ ਕਿ ਲਾਈਫ ਨੂੰ ਇਹਦੇ ਨਾਲ ਹੀ ਜਾਂਦਾ ਰੱਖਣ, ਵੀ ਲੋਕ ਵੀ ਨਾਲ ਲੋਕ ਵੀ ਰਹੀ ਜਾਣ ਉੱਦਾਂ ਹੀ, ਸਾਈਮਲਟੇਨੀਅਸਲੀ ਹੁੰਦਾ ਨਾਲ ਅਲੋਂਗ ਵਿਦ, ਜਿਹਨੂੰ ਜਿੱਥੇ ਆਪਾਂ ਕਹਿੰਦੇ ਹਾਂ, ਠੀਕ ਹੈ ਨਾ, ਵੀ ਲੋਕਾਂ ਨੂੰ ਇੱਦਾਂ ਦੇ ਵੇਜ਼ ਲੈ ਕੇ ਆਉਣ ਦੀ ਲੋੜ ਆ ਵੀ ਜਿੱਥੇ ਕਿ ਲਾਈਫ ਵੀ ਨਾਲ ਦੇ ਨਾਲ ਚੱਲਦੀ ਰਹੇ, ਅਤੇ ਉਹ ਜੋ ਹੋ ਰਿਹਾ ਉਹ ਤਾਂ ਹੋ ਹੀ ਰਿਹਾ ਵਾ। ਪ੍ਰੀਸਾਈਜ਼ਲੀ ਵੀ ਹੋਰ ਡਿਟੇਲ 'ਚ ਦੱਸਦੇ ਹੋਏ ਕਿਵੇਂ ਆ, ਇਨ ਮੈਨੀ ਏਰੀਆਜ਼ ਆਫ ਵਰਲਡ ਸਿਚੁਏਸ਼ਨਸ ਹੈਵ ਗੋਨ ਆਊਟ ਆਫ ਕੰਟਰੋਲ, ਵੀ ਬਹੁਤ ਸਾਰੇ ਏਰੀਆ ਵਰਲਡ ਦੇ ਏਰੀਆ ਵਿੱਚ ਜਿਹੜੀਆਂ ਸਿਚੁਏਸ਼ਨ ਆ ਉਹ ਹੈਵ ਗੋਨ ਆਊਟ ਆਫ ਕੰਟਰੋਲ, ਜਿਹੜੀ ਸਿਚੁਏਸ਼ਨ ਆ ਆਊਟ ਆਫ ਕੰਟਰੋਲ, ਹੱਥਾਂ 'ਚੋਂ ਬਾਹਰ ਚਲੀਆਂ ਗਈਆਂ ਵਾ। ਵੇਅਰ ਮੇਕਿੰਗ ਐਨੀ ਸੌਰਟ ਆਫ ਇਨੀਸ਼ੀਏਟਿਵਸ, ਜਿੱਥੇ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਇਨੀਸ਼ੀਏਟਿਵਸ ਹੁੰਦੇ, ਸਟੈਪਸ ਵੀ ਐਫਰਟਸ, ਕਿਸੇ ਵੀ ਤਰ੍ਹਾਂ ਦੇ ਜਿਹੜੇ ਐਨੀ ਸੌਰਟ ਆਫ ਇਨੀਸ਼ੀਏਟਿਵ, ਕਿਸੇ ਵੀ ਤਰੀਕੇ ਦੇ ਜਿਹੜੇ ਇਨੀਸ਼ੀਏਟਿਵਸ ਆ ਵੁੱਡ ਬੀ ਕੰਪਲੀਟਲੀ ਮੀਨਿੰਗਲੈਸ, ਵੀ ਪੂਰੇ ਤਰੀਕੇ ਨਾਲ ਮੀਨਿੰਗਲੈਸ ਹੋਣਗੇ, ਵੀ ਕੋਈ ਮਤਲਬ ਨਹੀਂ ਰਹਿਣਾ ਉਹਨਾਂ ਦਾ। ਫੋਰ ਐਗਜ਼ਾਮਪਲ ਨੈਚੁਰਲ ਸੋਰਸਿਸ, ਠੀਕ ਹੈ ਨਾ, ਆਪਾਂ ਐਗਜ਼ਾਮਪਲ ਦਿੱਤੀ ਜਿਵੇਂ ਨੈਚੁਰਲ ਸੋਰਸਿਸ ਲਾਈਕ ਫੋਸਿਲ ਫਿਊਲਸ, ਠੀਕ ਹੈ ਨਾ, ਫੋਸਿਲ ਫਿਊਲਸ ਜਾਂ ਹੋ ਗਿਆ ਪੈਟਰੋਲੀਅਮ ਹੋ ਗਿਆ, ਵੀ ਵਿਚ ਆਰ ਨੋਨ ਰੀਨਿਊਏਬਲ ਹੁੰਦੇ ਵੀ ਜਿਹੜੇ ਮੁੜ ਸਰਜੀਤ ਨਾ ਹੋ ਸਕਣ। ਮੁੜ ਸਰਜੀਤ ਮਤਲਬ ਵੀ ਜਿਹਨੂੰ ਆਪਾਂ ਦੁਬਾਰਾ ਯੂਜ਼ ਨਾ ਕਰ ਸਕੀਏ, ਜਿਵੇਂ ਪੈਟਰੋਲ ਆ, ਵਾਟਰ ਆ, ਠੀਕ ਹੈ ਨਾ, ਇੱਦਾਂ ਜਿਹਨੂੰ ਆਪਾਂ ਦੁਬਾਰਾ ਯੂਜ਼ ਨਹੀਂ ਕਰ ਸਕਦੇ। ਮੈਨੀ ਫੋਸਿਲ ਫਿਊਲਸ ਵਿਚ ਆਰ ਨੋਨ ਰੀਨਿਊਏਬਲ ਆਰ ਇੰਪੋਸੀਬਲ ਟੂ ਯੂਜ਼ ਅਗੇਨ, ਵੀ ਉਹਨਾਂ ਨੂੰ ਯੂਜ਼ ਹੋਣਾ ਐਫਰਟਸ ਕੋਈ ਬੰਦਾ ਕਰੂਗਾ ਵੀ ਕੀ ਕਰੂਗਾ, ਵੀ ਉਹਨੂੰ ਦੁਬਾਰਾ ਯੂਜ਼ ਕਰ ਹੀ ਨਹੀਂ ਸਕਦਾ ਜਦੋਂ, ਠੀਕ ਹੈ ਨਾ। ਇਸ ਕਰਕੇ ਵੀ ਉਹ ਸਿਚੁਏਸ਼ਨ ਉੱਥੇ ਲੋਕ ਐਫਰਟਸ ਲੈਸ ਕੁਛ ਕਰ ਨਹੀਂ ਸਕਦੇਗੇ। ਆਰ ਇੰਪੋਸੀਬਲ ਟੂ ਯੂਜ਼ ਅਗੇਨ ਡਿਊ ਟੂ ਦਿਸ, ਇਸ ਕਰਕੇ ਮੈਨੀ ਨੇਸ਼ਨਸ ਹੈਵ ਬਿਗਨ, ਮੈਨੀ ਨੇਸ਼ਨਸ ਨੇ ਬਿਗਨ ਕਰਤਾ, ਸ਼ੁਰੂ ਕਰ ਦਿੱਤਾ ਵਾ, ਟੂ ਅਵੇਲ ਸੋਲਰ ਪਾਵਰ, ਠੀਕ ਹੈ ਨਾ। ਉਹਨਾਂ ਨੇ ਇੱਕ ਉਹਦੇ ਨਾਲ ਦੇ ਤਰੀਕਾ ਲੱਭਾ ਵੀ ਠੀਕ ਆ ਪੈਟਰੋਲੀਅਮ ਮੁੱਕ ਗਿਆ, ਹੁਣ ਸਿਚੁਏਸ਼ਨ ਇਹ ਆ ਗਈ ਆ, ਠੀਕ ਹੈ ਨਾ, ਉਹਦੇ ਅਗੇਂਸਟ ਨਹੀਂ ਕੁਛ ਕੀਤਾ, ਬਸ ਵੀ ਠੀਕ ਉਹਦੇ ਅਰਗਾ ਹੀ ਕੁਛ ਇੱਕ ਹੋਰ ਉਹ ਸਿਚੁਏਸ਼ਨ ਨੂੰ ਅਡੋਪਟ ਕਰ ਲਿਆ, ਮੰਨ ਲਿਆ, ਅਤੇ ਇੱਕ ਹੋਰ ਉਹਦਾ ਤਰੀਕਾ ਲੱਭ ਜਿਹੜਾ ਉਹਦੇ ਨਾਲ ਜਿਉਣ ਦਾ, ਠੀਕ ਹੈ ਨਾ। ਸੋਲਰ ਪਾਵਰ ਐਜ਼ ਅ ਰਿਜ਼ਲਟ ਬੀਇੰਗ ਐਫਰਟਸਲੈਸ ਹੋਣ ਕਰਕੇ, ਬੀਇੰਗ ਹੁੰਦਾ ਹੋਣ ਦੇ ਨਾਤੇ ਜਾਂ ਹੋਣ ਕਰਕੇ, ਠੀਕ ਹੈ ਨਾ, ਬੀਇੰਗ ਐਫਰਟਸਲੈਸ, ਵੀ ਜਿੱਥੇ ਕੋਈ ਆਪਾਂ ਐਫਰਟਸ ਨਾ ਕਰ ਸਕੀਏ ਹੋਏ। ਪੀਪਲ ਲੈਫਟ ਵਿਦ ਓਨਲੀ ਚੁਆਇਸ, ਲੋਕਾਂ ਕੋਲ ਸਿਰਫ ਇੱਕ ਚੁਆਇਸ ਬਚਦੀ ਆ, ਕੀ ਬਚਦੀ ਆ? ਆਫ ਮੋਲਡ ਹੁੰਦਾ ਵੀ ਉਹਦੇ ਅਕੋਰਡਿੰਗ ਢਾਲਣਾ, ਠੀਕ ਹੈ, ਸ਼ੇਪ ਦੇਣੀ ਕਿਸੇ ਚੀਜ਼ ਨੂੰ, ਮੋਲਡਿੰਗ ਦੇਅਰ ਲਾਈਫ ਅਕੋਰਡਿੰਗ ਟੂ ਸਿਚੁਏਸ਼ਨ, ਠੀਕ ਹੈ ਨਾ, ਵੀ ਲੋਕਾਂ ਕੋਲ ਇੱਕੋ ਹੀ ਚੁਆਇਸ ਬਚਦੀ ਆ। ਚੁਆਇਸ ਕੀ ਬਚਦੀ ਆ? ਵੀ ਆਪਦੀ ਲਾਈਫ ਨੂੰ ਉਹਦੇ ਅਕੋਰਡਿੰਗ ਹੀ ਮੋਲਡ ਕਰ ਲੈਣ।
ਇਹ ਸੀਗਾ ਆਪਣਾ BP1 BP1 'ਚ ਆਪਣਾ ਕੀ ਸੀਗਾ ਵੀ ਜਿਵੇਂ ਅੱਜ ਕੱਲ੍ਹ ਵੀ ਸਰਕਮਟਾਂਸਿਸ ਆ ਠੀਕ ਹੈ ਨਾ ਵੀ ਉਹ ਬਹੁਤ ਭਿਆਨਕ ਹੋ ਗਏ ਆ ਅਤੇ ਲੋਕਾਂ ਨੂੰ ਉੱਦਾਂ ਦੇ ਸਿਚੁਏਸ਼ਨ ਲੈ ਕੇ ਆਉਣ ਦੀ ਉੱਦਾਂ ਦੇ ਸਲਿਊਸ਼ਨ ਲੈ ਕੇ ਆਉਣ ਦੀ ਲੋੜ ਆ ਵੀ ਜਿੱਥੇ ਨਾਲ ਨਾਲ ਲਾਈਫ ਵੀ ਚੱਲਦੀ ਰਹੇ ਅਤੇ ਉਹ ਜੋ ਹੋ ਰਿਹਾ ਵਾ ਜਾਂ ਜਿਵੇਂ ਹੁਣ ਪੋਲਿਊਸ਼ਨ ਹੈ ਵੱਧਦਾ ਵਾ ਅਤੇ ਉਹ ਚੀਜ਼ ਵੀ ਹੁੰਦੀ ਰਹੇ ਠੀਕ ਹੈ ਨਾ ਓਕੇ ਕਿਉਂਕਿ ਉਹ ਆਪਣੇ ਆਊਟ ਆਫ ਕੰਟਰੋਲ ਹੁਣ ਆਪਾਂ ਇੱਕ ਬੰਦਾ ਪੋਲਿਊਸ਼ਨ ਨੂੰ ਨਹੀਂ ਰੋਕ ਸਕਦਾ ਠੀਕ ਹੈ ਨਾ ਇਸ ਕਰਕੇ ਕੀ ਆ ਮੈਨੂੰ ਦੱਸਦੇ ਹੋਏ ਵੀ ਬਹੁਤ ਸਾਰੇ ਏਰੀਆ ਵਿੱਚ ਜਿੱਥੇ ਕਿ ਸਿਚੁਏਸ਼ਨ ਆਊਟ ਆਫ ਕੰਟਰੋਲ ਚਲੀ ਗਈ ਆ ਉੱਥੇ ਜਿਹੜੇ ਐਫਰਟਸ ਹੋਣਗੇ ਕੰਪਲੀਟਲੀ ਮੀਨਿੰਗਲੈਸ ਹੋਣਗੇ ਜਿਵੇਂ ਆਪਾਂ ਐਗਜ਼ਾਮਪਲ ਦੇਤੀ ਹੈ ਨੈਚੁਰਲ ਸੋਰਸਿਸ ਦੀ ਹੁਣ ਜਿਹੜੇ ਇੱਕ ਵਾਰੀ ਖਤਮ ਹੋ ਗਿਆ ਦੁਬਾਰਾ ਵਾਪਸ ਆ ਹੀ ਨਹੀਂ ਸਕਦੇਗੇ ਠੀਕ ਹੈ ਨਾ ਸੋ ਵੀ ਇਹ ਐਫਰਟਸਲੈਸ ਹੋਣ ਕਰਕੇ ਵੀ ਲੋਕਾਂ ਨੂੰ ਸਿਰਫ ਇੱਕ ਚੋਇਸ ਬਚਦੀ ਹੈ ਚੋਇਸ ਕੀ ਬਚਦੀ ਆ ਵੀ ਉਹ ਸਿਚੁਏਸ਼ਨ ਦੇ ਅਕੋਰਡਿੰਗ ਆਪਦੀ ਲਾਈਫ ਨੂੰ ਮੋਲਡ ਕਰ ਲੈਣ ਆਪਦੀ ਲਾਈਫ ਨੂੰ ਉੱਦਾਂ ਹੀ ਸ਼ੇਪ ਦੇ ਦੇਣ ਕਲੀਅਰ ਹੈ ਨਾ ਬਟ ਆਪਾਂ ਫਿਰ ਵੀ ਲਿਖਾਂਗੇ ਵੀ ਨਹੀਂ ਵੀ ਉਹਨਾਂ ਨੂੰ ਫਿਰ ਵੀ ਕਿਤੇ ਨਾ ਕਿਤੇ ਲੋੜ ਆ ਉਹ ਕਿਵੇਂ ਲਿਖਾਂਗੇ ਆਪਾਂ BP2 ਵਿੱਚ ਲਿਖਾਂਗੇ ਆਪਾਂ ਹਾਊ ਐਵਰ no matter how worst or badly ਠੀਕ ਹੈ ਦੋਨੋਂ ਚੈੱਕ ਲਾ ਕੇ how badly people are suffering ਵੀ no ਮੈਟਰ ਨਹੀਂ ਕਰਦਾ ਵੀ ਲੋਕ ਕਿੰਨਾ ਵੀ ਬੈਡਲੀ ਸਫਰ ਕਰ ਰਹੇ ਨੇ they still need to concern about preventive measures ਉਹਨਾਂ ਨੂੰ ਫਿਰ ਵੀ ਲੋੜ ਆ they still need ਹਜੇ ਵੀ ਲੋੜ ਆ ਕੀ ਲੋੜ ਆ ਵੀ ਕੰਸਰਨ ਕਰਨਾ ਗੱਲਬਾਤ ਕਰਨਾ ਠੀਕ ਆ ਫੋਕਸ ਕਰਨਾ ਥਿੰਕ ਕਰਨਾ ਕਾਹਦੇ ਬਾਰੇ ਅਬਾਊਟ ਪ੍ਰੀਵੈਂਟਿਵ ਮੈਜ਼ਰ ਵੀ ਉਹਨੂੰ ਤਰੀਕਿਆਂ 'ਤੇ ਜਿਹੜੇ ਕਿ ਇਹਨੂੰ ਬਚਾ ਸਕਣ ਬਿਫੋਰ ਗੈਟਿੰਗ ਇਟ ਮੋਰ ਵਾਰਸ ਵੀ ਉਦੋਂ ਪਹਿਲਾਂ ਵੀ ਇਹ ਹੋਰ ਜ਼ਿਆਦਾ ਵਾਰਸ ਹੋ ਜਾਵੇ ਹੋਰ ਜ਼ਿਆਦਾ ਭਿਆਨਕ ਹੋ ਜਾਵੇ ਚੀਜ਼ ਠੀਕ ਹੈ ਨਾ ਫਸਟਲੀ ਕੀ ਆ ਫਿਊ ਅਪਰੋਚਿਸ ਆਰ ਨੀਡਡ ਟੂ ਬੀ ਟੇਕਨ ਇਨ ਟੂ ਅਕਾਊਂਟ ਵੀ ਕੁਝ ਜਿਹੜੀਆਂ ਫਿਊ ਅਪਰੋਚਿਸ ਮੀਨ ਤਰੀਕੇ ਠੀਕ ਹੈ ਨਾ ਮੈਥਡਸ ਉਹਨਾਂ ਨੂੰ ਟੇਕਨ ਇਨ ਟੂ ਅਕਾਊਂਟ ਹੁੰਦਾ ਵੀ ਧਿਆਨ ਵਿੱਚ ਲੈ ਕੇ ਆਉਣ ਦੀ ਲੋੜ ਆ ਧਿਆਨ ਦੇਣ ਦੀ ਲੋੜ ਆ ਲਾਈਕ ਏਫੋਰਸਟੇਸ਼ਨ ਐਂਡ ਈਕੋ ਫਰੈਂਡਲੀ ਐਨਰਜੀਜ਼ ਠੀਕ ਹੈ ਨਾ ਏਫੋਰਸਟੇਸ਼ਨ ਹੁੰਦਾ ਵਾ ਜਿਵੇਂ ਡੀਫੋਰਸਟੇਸ਼ਨ ਹੁੰਦਾ ਉਹਦਾ ਆਪੋਜ਼ਿਟ ਵੀ ਦਰਖਤ ਲਾਉਣਾ ਈਕੋ ਫਰੈਂਡਲੀ ਐਨਰਜੀਸ ਮੈਂ ਕਿਹਾ ਗਿਆ ਇੱਥੇ ਮੈਂ ਪੈਟਰੋਲੀਅਮ ਨੂੰ ਠੀਕ ਹੈ ਨਾ ਪੈਟਰੋਲੀਅਮ ਕਾਈਂਡ ਆਫ ਐਨਰਜੀ ਆ ਵੀ ਈਕੋ ਫਰੈਂਡਲੀ ਐਨਰਜੀਸ ਨੂੰ ਉਹ ਕੀ ਯੂਜ਼ ਕਰਨ ਵਿਚ ਵਿਲ ਹੈਲਪ ਟੂ ਹਾਲਟ ਜਿਹੜੇ ਕਿ ਹੈਲਪ ਕਰਨਗੇ ਹਾਲਟ ਹੁੰਦਾ ਰੋਕਣਾ ਇਨਕਰੀਜ਼ਿੰਗ ਲੈਵਲ ਆਫ ਮੈਨੀ ਇਨਵਾਇਰਮੈਂਟਲ ਹੈਜ਼ਰਡਸ ਠੀਕ ਹੈ ਨਾ ਜਿਹੜੀਆਂ ਵੱਧਦਾ ਹੋਇਆ ਲੈਵਲ ਇਨਕਰੀਜ਼ਿੰਗ ਲੈਵਲ ਆਫ ਵੱਧਦਾ ਹੋਇਆ ਲੈਵਲ ਕਿਹਨਾਂ ਦਾ ਇਨਵਾਇਰਮੈਂਟਲ ਹੈਜ਼ਰਡ ਮੀਨ ਪ੍ਰੋਬਲਮਸ ਬਿਕੋਜ਼ ਵੈਨ ਆਲ ਦੀਸ ਪ੍ਰੋਬਲਮਸ ਵਿਲ ਬੀ ਫੇਸਡ ਜਦੋਂ ਕਿ ਇਹ ਸਾਰੀਆਂ ਪ੍ਰੋਬਲਮਸ ਫੇਸ ਕੀਤੀਆਂ ਜਾਣਗੀਆਂ ਉਦੋਂ ਕੀ ਹੋਊਗਾ ਦੈਨ ਇਟ ਵੁੱਡ ਲੀਡ ਟੂ ਕੈਟਾਸਟ੍ਰੋਫਿਕ ਕੌਨਸੀਕੁਐਂਸਿਸ ਜਿਹੜੀ ਇਹ ਚੀਜ਼ ਹੈ ਇਹ ਲੀਡ ਕਰੂਗੀ ਅੱਗੇ ਲੈ ਕੇ ਆਊਗੀ ਕਿ ਇਹਨਾਂ ਨੂੰ ਕੈਟਾਸਟ੍ਰੋਫਿਕ ਬਹੁਤ ਭਿਆਨਕ ਕੌਨਸੀਕੁਐਂਸਿਸ ਨਤੀਜੇ ਵੇਅਰ ਲਾਈਫ ਵੁੱਡ ਬੀ ਬਿਯੋਂਡ ਇਮੈਜੀਨੇਸ਼ਨ ਜਿੱਥੇ ਜਿਹੜੀ ਲਾਈਫ ਆ ਉਹ ਬਿਯੋਂਡ ਮਤਲਬ ਪਰੇ ਵੀ ਬਹੁਤ ਦੂਰ ਇਮੈਜੀਨੇਸ਼ਨ ਥਿੰਕਿੰਗ ਤੋਂ ਪਰੇ ਹੋਊਗੀ ਮੀਨਸ ਉਹਦੇ ਬਾਰੇ ਸੋਚ ਨਹੀਂ ਸਕਦੇ ਇਟ ਮੀਨਸ ਵੀ ਇੰਪੋਸੀਬਲ ਹੋਊਗੀ ਉੱਥੇ ਠੀਕ ਹੈ ਇੱਦਾਂ ਵੀ ਲਿਖ ਸਕਦੇ ਵੇਅਰ ਲਾਈਫ ਵੁੱਡ ਬੀ ਇੰਪੋਸੀਬਲ ਇੱਦਾਂ ਵੀ ਲਿਖ ਸਕਦੇ ਮੈਂ ਲਿਖਿਆ ਵੇਅਰ ਲਾਈਫ ਵੁੱਡ ਬੀ ਬਿਯੋਂਡ ਇਮੈਜੀਨੇਸ਼ਨ ਹੈਂਸ ਇਹਦੇ ਨਾਲ ਮੈਂ ਲਾਇਆ ਨਾ ਸੈਮੀ ਕੋਲਮ ਲਾਇਆ ਇੱਥੇ ਇਹ ਤੁਸੀਂ ਜਿੱਥੇ ਆਪਾਂ ਗੱਲ ਨੂੰ ਪਿਛਲੀ ਨੂੰ ਲਿੰਕ ਕਰਨਾ ਜਿੱਥੇ ਆਪਾਂ ਰਿਜ਼ਲਟ ਕੱਢਣਾ ਵਾ ਪਰ ਉਹ ਗੱਲ ਆਪਾਂ ਪਿਛਲੀ ਨਾਲ ਹੀ ਲਿੰਕ ਕਰਨੀ ਆ ਉੱਥੇ ਤੁਸੀਂ ਜਿੱਥੇ ਆਪਾਂ ਐਜ਼ ਰਿਜ਼ਲਟ ਪਾਈਦਾ ਹੈਂਸ ਪਾਈਦਾ ਦੇਅਰਫੋਰ ਪਾਈਦਾ ਉਦੋਂ ਪਹਿਲਾਂ ਸੈਮੀ ਕੋਲਮ ਪਾ ਕੇ ਫਿਰ ਨਾਲ ਇੱਕ ਕੋਮਾ ਪਾਉਣਾ ਮੈਂ ਇਹਨੇ ਫਿਰ ਗੱਲ ਜਿਹੜੀ ਕੀਤੀ ਮੈਂ ਪਿਛਲੀ ਗੱਲ ਨਾਲ ਲਿੰਕ ਕਰਦੀ ਪਈ ਆ ਵੀ ਪ੍ਰਾਇਰ ਟੂ ਡੈਟ ਵੀ ਉਸ ਤੋਂ ਪਹਿਲਾਂ ਪ੍ਰਾਇਰ ਹੁੰਦਾ ਉਸ ਤੋਂ ਪਹਿਲਾਂ ਬਿਫੋਰ ਪ੍ਰਾਇਰ ਟੂ ਡੈਟ ਉਹ ਹੋਣ ਤੋਂ ਪਹਿਲਾਂ ਪੀਪਲ ਨੀਡ ਟੂ ਯੂਜ਼ ਈਕੋ ਫਰੈਂਡਲੀ ਅਲਟਰਨੇਟਿਵ ਲੋਕਾਂ ਨੂੰ ਲੋੜ ਆ ਲੋਕ ਸ਼ੁੱਡ ਲਾ ਲਓ ਠੀਕ ਹੈ ਨਾ ਪੀਪਲ ਸ਼ੁੱਡ ਜੇ ਨੀਡ ਵਾਰ ਆ ਰਿਹਾ ਤਾਂ ਪੀਪਲ ਸ਼ੁੱਡ ਯੂਜ਼ ਈਕੋ ਫਰੈਂਡਲੀ ਅਲਟਰਨੇਟਿਵਸ ਜਾਂ ਪੀਪਲ ਨੀਡ ਟੂ ਯੂਜ਼ ਈਕੋ ਫਰੈਂਡਲੀ ਅਲਟਰਨੇਟਿਵਸ ਠੀਕ ਹੈ ਨਾ ਇਹ ਆਪਣਾ ਹੋ ਗਿਆ BP2 ਆਪਾਂ ਬਹੁਤੇ ਆਈਡੀਆਸ ਨਹੀਂ ਲਿਖੇਗਾ ਆਪਣੀ ਵਰਡ ਲਿਮਿਟ ਵੀ ਪੂਰੀ ਆ 255 ਔਰ 260 ਵਰਡਸ ਨੇ ਇਹਦੇ 'ਚ ਅਤੇ ਆਪਣੀ ਟਾਸਕ ਰਿਸਪੌਂਸ ਵੀ ਆ ਆਪਾਂ ਬਹੁਤੀ ਰੈਪੀਟੇਸ਼ਨ ਵੀ ਨਹੀਂ ਕੀਤੀ ਗੀ ਅਤੇ ਇਹ ਆਪਾਂ ਲਿਖਿਆ ਵਾ BP2 ਕਿਵੇਂ ਲਿਖਿਆ ਵਾ ਵੀ ਫਿਰ ਵੀ ਭਾਵੇਂ ਸਿਚੁਏਸ਼ਨ ਬੈਡ ਹੋ ਰਹੀਆਂ ਨੇ ਬਟ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਵੀ ਕਿਉਂਕਿ ਉਦੋਂ ਪਹਿਲਾਂ ਹੋਰ ਚੀਜ਼ ਮਾੜੀ ਹੋਈ ਉਦੋਂ ਪਹਿਲਾਂ ਹੀ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਕਿਵੇਂ ਵੀ ਫਿਊ ਅਪਰੋਚ ਜਿਹੜੇ ਧਿਆਨ 'ਚ ਲੈ ਕੇ ਆਉਣ ਕਿਵੇਂ ਆ ਵੀ ਏਫੋਰਸਟੇਸ਼ਨ ਕਰਨ ਇਕੋ ਫਰੈਂਡਲੀ ਐਨਰਜੀਸ ਨੂੰ ਯੂਜ਼ ਕਰਨ ਜਿਹੜੀਆਂ ਕਿ ਵੱਧਦੇ ਲੈਵਲ ਨੂੰ ਰੋਕਣਗੀਆਂ ਠੀਕ ਹੈ ਨਾ ਅਤੇ ਕਿਉਂ ਜਦੋਂ ਕਿ ਇਹ ਸਾਰੀਆਂ ਪ੍ਰੋਬਲਮ ਕਿਉਂ ਰੋਕਣਗੀਆਂ ਵੀ ਜਦੋਂ ਇਹ ਸਾਰੀਆਂ ਪ੍ਰੋਬਲਮ ਫੇਸ ਕੀਤੀਆਂ ਜਾਣਗੀਆਂ ਇੱਕੋ ਦਮ ਹੀ ਸਾਰੀਆਂ ਪ੍ਰੋਬਲਮ ਵੀ ਉਦੋਂ ਸੁਨਾਮੀ ਆ ਗਈ ਉਹਦੇ ਵਿੱਚ ਹੀ ਕਈ ਜਗ੍ਹਾ 'ਤੇ ਕਹਿ ਸਕਦੇ ਆਪਾਂ ਵੀ ਡਰੌਟ ਹੋ ਗਿਆ ਵੀ ਸੋਕਾ ਪੈ ਗਿਆ ਠੀਕ ਹੈ ਨਾ ਜਾਂ ਉੱਥੋਂ ਗਲੋਬਲ ਵਾਰਮਿੰਗ ਜ਼ਿਆਦਾ ਹੋ ਗਈ ਉਹ ਚੀਜ਼ਾਂ ਸਾਰੀਆਂ ਆਉਣਗੀਆਂ ਸੋ ਲੋਕ ਫੇਸ ਨਹੀਂ ਕਰ ਪਾਉਣਗੇ ਉੱਥੇ ਲਾਈਫ ਪੋਸੀਬਲ ਹੀ ਨਹੀਂ ਰਹਿਣੀ ਫਿਰ ਸੋ ਉਦੋਂ ਪਹਿਲਾਂ ਵੀ ਲੋਕ ਉਸ ਤੋਂ ਉਹ ਹੋਣ ਤੋਂ ਪਹਿਲਾਂ ਹੀ ਜਿਹੜੇ ਅਲਟਰਨੇਟਿਵ ਵੇਸ ਨੇ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦੇਣ ਵੀ ਸਿਚੁਏਸ਼ਨ ਨਾ ਹੀ ਆਵੇ ਜਾਂ ਉਹ ਥੋੜ੍ਹੀ ਲੇਟ ਹੋਵੇ ਠੀਕ ਹੈ ਨਾ ਹੁਣ ਆਪਾਂ ਕਰਾਂਗੇ ਇਹਦਾ ਕਨਕਲੂਜ਼ਨ ਲਾਸਟ ਆ ਟੂ ਰੀਕੈਪਚੂਲੇਟ ਜਾਂ ਟੂ ਕਨਕਲੂਡ ਜਾਂ ਇਨਕਲੂਜ਼ਨ ਤਾਂ ਨਹੀਂ ਠੀਕ ਆ ਟੂ ਰੀਕੈਪਚੂਲੇਟ ਈਵਨ ਦੋ ਹੁੰਦਾ ਇੱਥੋਂ ਤੱਕ ਭਾਵੇਂ ਕੀ ਠੀਕ ਹੈ ਨਾ ਜਿਵੇਂ ਆਪਾਂ ਆਲ ਦੋ ਲਾਈ ਦੀ ਜਗ੍ਹਾ 'ਤੇ ਆਪਾਂ ਈਵਨ ਦੋ ਲਾ ਸਕਦੇ ਈਵਨ ਦੋ ਪੀਪਲ ਹੈਵ ਟੂ ਫੇਸ ਟਰੁੱਥ ਲੋਕਾਂ ਨੂੰ ਟਰੁੱਥ ਮੀਨ ਸੱਚ ਫੇਸ ਕਰਨਾ ਪੈ ਰਿਹਾ ਸੱਚ ਫੇਸ ਕੀ ਆ ਐਜ਼ ਵੀ ਜਿਵੇਂ ਟੈਕਲਿੰਗ ਵਿਦ ਦੀਸ ਓਬਸਟੈਕਲ ਇਜ਼ ਚੈਲੰਜਿੰਗ ਜਿਹੜੇ ਇਹਨਾਂ ਨਾਲ ਜਿਹੜਾ ਕੀ ਸੱਚ ਆ ਵੀ ਇਹਨਾਂ ਜਿਹੜੀਆਂ ਪ੍ਰੋਬਲਮਸ ਨੇ ਠੀਕ ਹੈ ਨਾ ਓਬਸਟੈਕਲਸ ਨੇ ਇਹਨਾਂ ਨਾਲ ਟੈਕਲ ਕਰਨਾ ਬਹੁਤ ਚੈਲੰਜਿੰਗ ਆ ਬਹੁਤ ਡਿਫੀਕਲਟ ਆ
ਮੀਨਸ ਵੀ ਆਪਾਂ ਕਹਿੰਦਾ ਵੀ ਬਹੁਤ ਡਿਫੀਕਲਟ ਆ, ਬਟ ਆਲਸੋ ਫਿਰ ਵੀ ਕੋਲੈਬੋਰੇਟਿਵ ਐਫਰਟਸ ਆਫ ਨਾਟ ਓਨਲੀ ਪੀਪਲ, ਵੀ ਲੋਕਾਂ ਦੇ ਨਾਟ ਓਨਲੀ ਪੀਪਲ ਬਟ ਆਲਸੋ ਗਵਰਨਮੈਂਟ, ਵੀ ਇਕੱਲੇ ਲੋਕਾਂ ਦੇ ਨਹੀਂ ਸੌਂਦੀ, ਗਵਰਨਮੈਂਟ ਦੇ ਵੀ ਸਾਂਝੇ ਐਫਰਟਸ, ਠੀਕ ਹੈ ਨਾ, ਸਾਂਝੇ ਮੀਨਸ ਦੇ ਜਿਹੜੇ ਐਕਸ਼ਨਸ ਹੋਣਗੇ ਕੈਨ ਬੀ ਮੋਸਟ ਐਫੀਸ਼ੀਅਸ ਹੁੰਦਾ ਨਾ, ਅਸਰਦਾਰ, ਇਫੈਕਟਿਵ, ਠੀਕ ਹੈ ਨਾ, ਇਨ ਦੀ ਫੇਵਰ ਆਫ ਪ੍ਰੀਵੈਂਟਿੰਗ ਹਿਊਮੈਨਿਟੀ, ਵੀ ਜਿਹੜੀ ਹਿਊਮੈਨਿਟੀ ਹੈ, ਜਿਹੜੀ ਲੋਕ ਆ, ਜਿਹੜੀ ਲਾਈਫ ਆ, ਉਹਨੂੰ ਬਚਾਉਣ ਵਿੱਚ ਸਭ ਤੋਂ ਵਧੀਆ ਹੀ ਉਹ ਪ੍ਰੀਵੈਂਟਿੰਗ ਇੱਕ ਉਹਦੇ ਫੇਵਰ ਵਿੱਚ ਵਧੀਆ ਇੱਕ ਸਭ ਤੋਂ ਜ਼ਿਆਦਾ ਅਸਰਦਾਰ ਹੋਣਗੇ, ਠੀਕ ਹੈ ਨਾ। ਇਹ ਆਪਣਾ ਟਾਸਕ 2 ਸੀਗਾ। ਜਿਵੇਂ ਤੁਹਾਨੂੰ ਦੱਸੀ ਕਿ ਪਹਿਲਾਂ ਆਪਾਂ ਦੇਖੋ ਆਪਾਂ ਈਵਨ ਤੋਂ ਲਾਇਆ ਵਾ, ਸੌਰੀ ਐਵਰ ਸਿੰਸ ਲਾਇਆ ਵਾ। ਐਵਰ ਸਿੰਸ ਵੀ ਜਦੋਂ ਤੋਂ ਉਹ ਚੀਜ਼ ਹੋ ਰਹੀ ਆ ਉਦੋਂ ਤੋਂ ਲੋਕ ਕੰਸਰਨ ਕਰ ਰਹੇ, ਲੋਕ ਸੋਚ ਰਹੇ ਨੇ, ਠੀਕ ਹੈ ਨਾ। ਇਹਨੂੰ ਆਪਾਂ ਹੋਰ ਵੀ ਬਹੁਤ ਸਾਰੇ ਐਸੇ ਯੂਜ਼ ਕਰ ਰਹੇ, ਜਦੋਂ ਤੋਂ ਟੈਕਨੋਲੋਜੀ ਵੱਧ ਰਹੀ ਉਦੋਂ ਤੋਂ ਲੋਕ ਸਫਰ ਕਰ ਰਹੇ ਨੇ, ਇੱਦਾਂ ਯੂਜ਼ ਕਰ ਸਕਦੇ ਹਾਂ, ਠੀਕ ਹੈ ਨਾ। ਵੀ ਜਦੋਂ ਤੋਂ ਪੋਲਿਊਸ਼ਨ ਆ ਰਿਹਾ ਵਾ, ਲੋਕਾਂ ਨੂੰ ਬਿਮਾਰੀਆਂ ਹੋ ਰਹੀਆਂ ਵਾ, ਐਵਰ ਸਿੰਸ ਲਾ ਸਕਦੇ ਹਾਂ ਆਪਾਂ। ਫਿਰ ਨਾਲ ਲਾਇਆ ਵੈਦਰ ਹੁੰਦਾ ਵੀ ਕੀ ਕੇ ਔਰ ਨੋਟ ਹੁੰਦਾ, ਜਾਂ ਔਰ ਤੋਂ ਬਾਅਦ ਅਗਲਾ ਸਟੇਟਮੈਂਟ, ਜਿੱਥੇ ਬੋਥ ਵੀ ਹੋਣ ਉੱਥੇ ਆਪਾਂ ਵੈਦਰ ਨੂੰ ਯੂਜ਼ ਕਰ ਸਕਦੇ ਹਾਂ, ਠੀਕ ਹੈ ਨਾ। ਇਹਦੀ ਹੋਰ ਵੀ ਤਰੀਕੇ ਨਾਲ ਯੂਜ਼ ਹੁੰਦੀ, ਉਹ ਆਪਾਂ ਗਾਹਾਂ ਡਿਸਕਸ ਕਰਾਂਗੇ ਅੱਗੇ ਥੋੜ੍ਹੀ ਅਗਲੀ ਵੀਡੀਓ 'ਚ ਕਿਸੇ 'ਚ। ਉਹਦੇ ਬਾਅਦ ਨਾਲ ਕੀਤਾ ਆਪਾਂ ਆਲਦੋ, ਵੀ ਆਲਦੋ ਇਹ ਚੀਜ਼ ਇੰਪੋਸੀਬਲ ਆ, ਬਟ ਫਿਰ ਵੀ ਲੋਕਾਂ ਨੂੰ ਇਹ ਚੀਜ਼ ਹੋਣ ਨਹੀਂ ਦੇਣੀ ਚਾਹੀਦੀ, ਠੀਕ ਹੈ ਨਾ, ਵੀ ਇਹਨੂੰ ਰੋਕਣਾ ਇੰਪੋਸੀਬਲ ਆ। ਉਹਦੇ ਬਾਅਦ ਆਪਾਂ ਬਾਕੀ ਸਟਰਕਚਰ ਲਾਏ ਨੇ, ਅਤੇ ਇਹ ਆਪਣਾ ਮੇਨ ਐਸੇ ਸੀਗਾ। ਤੁਹਾਨੂੰ ਜਿੱਥੇ ਵੀ ਕੁਝ ਨਾ ਸਮਝ ਲੱਗੀ ਤਾਂ ਮੈਨੂੰ ਤੁਸੀਂ ਡਿਸਕ੍ਰਿਪਸ਼ਨ ਵਿੱਚ ਮੇਰਾ ਇੰਸਟਾਗ੍ਰਾਮ ਦਾ ਜਾਂ ਮੇਰਾ ਕੰਟੈਕਟ ਨੰਬਰ ਹੋਊਗਾ, ਤੁਸੀਂ ਮੈਨੂੰ ਜ਼ਰੂਰ ਉੱਤੋਂ ਕੰਟੈਕਟ ਕਰ ਸਕਦੇ ਹੋ। ਬਾਕੀ ਤੁਸੀਂ ਇੱਦਾਂ ਹੀ ਵੀਡੀਓ ਨੂੰ ਦੇਖਦੇ ਰਹੋ, ਪਿਆਰ ਦਿੰਦੇ ਰਹੋ। ਬਾਕੀ ਸਾਰਿਆਂ ਦਾ ਤੁਹਾਡਾ ਥੈਂਕ ਯੂ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ। ਬਾਕੀ ਸਾਰਿਆਂ ਦਾ ਥੈਂਕ ਯੂ।